ਵੈਲਕਮ ਸਟੂਡੈਂਟਸ। ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਨੂੰ ਜਲਦ ਤੋਂ ਜਲਦ ਮਿਲ ਸਕਣ। ਅੱਜ ਗੱਲ ਕਰਾਂਗੇ 7th ਕਲਾਸ ਦਾ 4th ਚੈਪਟਰ ਹੈ ਜੋ ਸਰਲ ਸਮੀਕਰਨ ਯਾਨੀ ਕਿ ਸਿੰਪਲ ਇਕੁਏਸ਼ਨਸ, ਉਸ ਦੇ ਅੰਡਰ ਚਲ, ਅਚਲ ਯਾਨੀ ਕਿ ਵੇਰੀਏਬਲ ਤੇ ਉਸ ਤੋਂ ਬਾਅਦ ਕਨਸਟੈਂਟ, ਦੈਨ ਉਸ ਤੋਂ ਬਾਅਦ ਗੱਲ ਕਰਾਂਗੇ ਵਿਅੰਜਕ ਯਾਨੀ ਕਿ ਐਕਸਪ੍ਰੈਸ਼ਨ ਕੀ ਹੁੰਦਾ ਹੈ, ਫਿਰ ਇਹਨਾਂ ਤੋਂ ਬਾਅਦ ਗੱਲ ਕਰਾਂਗੇ ਆਪਾਂ ਸਮੀਕਰਨ ਯਾਨੀ ਕਿ ਇਕੁਏਸ਼ਨ ਦੀ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਆ ਰਿਹਾ ਹੈ ਚਲ, ਜਿਹਨੂੰ ਬੋਲਦੇ ਹਾਂ ਆਪਾਂ ਵੇਰੀਏਬਲ। ਹਾਂਜੀ, ਚਲ ਕੀ ਹੁੰਦਾ ਹੈ? ਉਹ ਰਾਸ਼ੀ ਜਿਸ ਦੀ ਵੈਲਿਊ ਚੇਂਜ ਹੁੰਦੀ ਰਹੇ, क्योंकि यह बनया अपने कोल वेरीएबल जिहड़ा वर्ड है यह आंदा है वेरी तो, वेरी का मतलब होंदा है चेंज होना। सो ओ राशि जिस दा मुल बदलदा रहे, कोमा उसनू चल कहंदे हन। इंग्लिश च गल करिए तो आप कह सकते हैं दैट क्वांटिटी whose value keeps on changing is called a variable। means whose value is not fixed, इको वैल्यू नहीं रहती। ਆਪਾਂ ਮੈਥਸ ਦੇ ਵਿੱਚ ਜਦੋਂ ਵੇਰੀਏਬਲਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਇੰਗਲਿਸ਼ ਐਲਫਾਬੈਟ ਦੇ ਵਿੱਚੋਂ ਜਿਹੜੇ ਲੈਟਰਸ ਨੇ ਉਹ ਯੂਜ਼ ਕਰਦੇ ਹਾਂ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ। ਸੋ ਵੇਰੀਏਬਲਸ ਦੀ ਲਈ ਆਪਾਂ x ਲੈਂਦੇ ਆ, y ਲੈਂਦੇ ਆ, z ਵੀ ਹੋ ਸਕਦਾ ਹੈ। ਸੋ a to z ਦੇ ਵਿੱਚੋਂ ਕੁਝ ਵੀ ਆਪਾਂ ਲੈਟਰ ਯੂਜ਼ ਕਰ ਸਕਦੇ ਹਾਂ ਵੇਰੀਏਬਲਸ ਦੇ ਲਈ। ਅੱਗੇ ਗੱਲ ਕਰਦੇ ਹਾਂ ਆਪਾਂ ਅਚਲ ਦੀ। ਸੈਕਿੰਡ ਹੈ ਆਪਣੇ ਕੋਲ ਅਚਲ ਯਾਨੀ ਕਿ ਕਾਂਸਟੈਂਟ। ਉਹ ਰਾਸ਼ੀ ਜਾਂ ਉਹ ਕੁਆਂਟੀਟੀ ਜਿਸ ਦੀ ਵੈਲਿਊ ਚੇਂਜ ਨਾ ਹੋਵੇ ਕਦੇ ਵੀ ਉਸ ਨੂੰ ਆਪਾਂ ਅਚਲ ਬੋਲਦੇ ਹਾਂ ਯਾਨੀ ਕਿ ਕਾਂਸਟੈਂਟ ਬੋਲਦੇ ਹਾਂ। ਉਹ ਰਾਸ਼ੀ ਜਿਸ ਦਾ ਮੁੱਲ ਨਾ ਬਦਲੇ, ਕੋਮਾ ਉਸ ਨੂੰ ਅਚਲ ਕਹਿੰਦੇ ਹਨ। that quantity whose value does not change is called a constant। ਤੇ ਕਨਸਟੈਂਟਸ ਦੇ ਵਿੱਚ ਆਪਣੇ ਕੋਲ ਜਿਹੜੇ ਨੰਬਰਸ ਨੇ ਯਾਨੀ ਕਿ ਅੰਕ ਨੇ, ਸੰਖਿਆਵਾਂ ਨੇ, ਆਪਾਂ ਉਹ ਕਹਿ ਸਕਦੇ ਹਾਂ ਉਹ ਅਚਲ ਹੁੰਦੇ ਨੇ। ਜਿਵੇਂ 5 10 12, ਹਾਂਜੀ ਇਸ ਤਰ੍ਹਾਂ ਕੋਈ ਵੀ ਸੰਖਿਆ ਜਿਹੜੀ ਉਹ ਅਚਲ ਹੈ ਉਸ ਦੀ ਵੈਲਿਊ ਹਮੇਸ਼ਾ ਸੇਮ ਰਹਿੰਦੀ ਹੈ। ਅੱਗੇ ਆਂਦਾ ਆਪਣੇ ਕੋਲ ਐਕਸਪ੍ਰੈਸ਼ਨ ਯਾਨੀ ਕਿ ਵਿਅੰਜਕ। ਇਹ ਕੀ ਹੁੰਦਾ ਹੈ? ਵਿਅੰਜਕ ਦੇ ਵਿੱਚ ਆਪਣੇ ਕੋਲ ਆਪਾਂ ਇੱਕ ਚਲ ਕੰਸੀਡਰ ਕਰਕੇ ਉਸ ਦੇ ਉੱਤੇ ਆਪਰੇਸ਼ਨਸ ਕਰਦੇ ਹਾਂ, ਜਿਵੇਂ ਜੋੜ ਦਾ, ਘਟਾਓ ਦਾ, ਗੁਣਾ ਦਾ ਜਾਂ ਭਾਗ ਦਾ। ਤਾਂ ਜੋ ਚੀਜ਼ ਆਪਾਂ ਨੂੰ ਮਿਲਦੀ ਹੈ ਉਸ ਨੂੰ ਆਪਾਂ ਵਿਅੰਜਕ ਯਾਨੀ ਕਿ ਐਕਸਪ੍ਰੈਸ਼ਨ ਬੋਲਦੇ ਹਾਂ। ਸਪੋਜ਼ ਕਰੋ ਆਪਾਂ ਇੱਕ ਚਲ ਸਿਲੈਕਟ ਕਰ ਲਿਆ x, ਉਸ ਨੂੰ ਕਿਸੇ ਅਚਲ ਦੇ ਨਾਲ ਗੁਣਾ ਕਰਤੀ, ਉਹਦਾ ਦੁੱਗਣਾ ਕਰਤਾ ਜਾਂ 2 ਨਾਲ ਗੁਣਾ ਕਰਤੀ ਤਾਂ ਬਣ ਗਿਆ 2x। ਤਾਂ ਇਹ ਇੱਕ ਵਿਅੰਜਕ ਕਹਿਲਾਏਗਾ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਆਪਾਂ ਕੋਈ ਹੋਰ ਚਲ ਲੈ ਲਿਆ y, ਉਸ ਦੇ ਵਿੱਚ 5 ਜੋੜ ਦਿੱਤੇ ਤਾਂ ਇਹ ਵੀ ਇੱਕ ਵਿਅੰਜਕ ਯਾਨੀ ਕਿ ਐਕਸਪ੍ਰੈਸ਼ਨ ਬਣ ਜਾਏਗਾ। ਜੇਕਰ ਮੈਂ ਕਿਸੇ ਹੋਰ ਚਲ ਸੇ t ਲੈ ਕੇ ਇੱਕ ਚਲ ਉਹਨੂੰ 3 ਦੇ ਨਾਲ ਭਾਗ ਕਰਤੀ, 3 टी दे हेठां 3 यानी 3 टी बटे 3 कर दिता
ਤਾਂ ਇਹ ਵੀ ਇੱਕ ਵਿਅੰਜਕ ਹੋਏਗਾ। ਸੋ ਗੁਣਾ ਜੋੜ ਭਾਗ ਇਸੇ ਤਰ੍ਹਾਂ ਆਪਾਂ ਕੁਝ ਘਟਾ ਦਈਏ ਕਿਸੇ ਚਲ ਦੇ ਵਿੱਚੋਂ, ਸੇ ਤੁਸੀਂ ਚੱਲ ਲੈ ਲਿਆ u ਦੇ ਵਿੱਚੋਂ 10 ਘਟਾ ਦਿੱਤੇ ਤਾਂ ਆ ਵੀ ਆਪਣੇ ਕੋਲ ਕੀ ਬਣ ਗਿਆ, ਇੱਕ ਵਿਅੰਜਕ ਯਾਨੀ ਕਿ ਐਕਸਪ੍ਰੈਸ਼ਨ। ਸੋ ਆਪਣੇ ਕੋਲ ਇਸ ਤਰ੍ਹਾਂ ਮਿਲਦੇ ਨੇ ਆਪਾਂ ਨੂੰ ਵਿਅੰਜਕ ਜਾਂ ਐਕਸਪ੍ਰੈਸ਼ਨਸ। ਸਟੂडेंट्स ਹੁਣ आने ਆਪਾਂ इक्वेशन ਤੇ यानी कि समीकरण ਤੇ ਇਸ ਨੂੰ ਧਿਆਨ ਨਾਲ ਸਮਝਣਾ ਕਿਉਂਕਿ ਕਾਫੀ ਇੰਪੋਰਟੈਂਟ ਹੈ। ਅੱਗੇ ਥਰੂ ਆਊਟ ਜਦੋਂ ਤੱਕ ਤੁਸੀਂ ਮੈਥ ਕਰੋਗੇ ਤਾਂ ਇਹ ਤੁਹਾਡੇ ਹਮੇਸ਼ਾ ਕੰਮ ਆਣਗੀਆਂ। ਤਾਂ ਦੇਖਦੇ ਹਾਂ ਕੀ ਹੁੰਦਾ ਆਪਣੇ ਕੋਲ ਇਕੁਏਸ਼ਨ ਜਿਹੜਾ ਵਰਡ ਹੈ ਇਹ ਬਣਿਆ ਹੈ ਇਕੁਏਟ ਤੋਂ, ਇਕੁਏਟ यानी कि मोटा ਜਿਹਾ ਹਿਸਾਬ ਲਾਈਏ ਤਾਂ ਇਹ ਇਕੁਅਲ, ਇਹਦੇ ਵਿੱਚੋਂ ਆਪਾਂ ਨੂੰ ਪਤਾ ਲੱਗਦਾ ਇਕੁਅਲ ਬਾਰੇ। ਇਟ ਮੀਨਸ ਆਪਣੇ ਕੋਲ ਇਕੁਏਸ਼ਨ ਦੇ ਵਿੱਚ ਇਕੁਅਲ ਟੂ ਦਾ ਸਾਈਨ ਜ਼ਰੂਰ ਹੋਏਗਾ। ਉਸ ਦੀ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਤੇ ਆਪਣੇ ਕੋਲ ਐਕਸਪ੍ਰੈਸ਼ਨਸ ਹੋ ਸਕਦੇ ਨੇ। ਸੋ ਇੱਧਰ ਆਪਾਂ ਲਿਖ ਲੈਂਦੇ ਆ 2x = 10। ਤਾਂ ਆਪਣੇ ਕੋਲ ਇਸ ਦੀ ਲੈਫਟ ਹੈਂਡ ਸਾਈਡ ਤੇ ਇੱਕ ਐਕਸਪ੍ਰੈਸ਼ਨ ਆ ਗਿਆ, ਰਾਈਟ ਹੈਂਡ ਸਾਈਡ ਦੇ ਉੱਤੇ ਚੱਲ ਦੇ ਵਿੱਚ ਹੀ ਐਕਸਪ੍ਰੈਸ਼ਨ ਆ ਸਕਦਾ ਹੈ ਯਾਨੀ ਵੇਰੀਏਬਲ ਦੇ ਵਿੱਚ, ਯਾਨੀ ਇੱਧਰ x ਹੈ ਤਾਂ ਉੱਧਰ ਵੀ x ਮੌਜੂਦ ਹੋ ਸਕਦਾ ਹੈ ਜਾਂ ਫਿਰ ਉੱਧਰ ਕਨਸਟੈਂਟ ਵੀ ਹੋ ਸਕਦਾ ਹੈ, ਕੋਈ 0 ਵੀ ਹੋ ਸਕਦਾ ਹੈ ਜਾਂ ਕੋਈ ਵੀ ਨੰਬਰ ਆਪਣੇ ਕੋਲ ਪ੍ਰੈਜ਼ੈਂਟ ਹੋ ਸਕਦਾ ਹੈ ਜੋ ਕਨਸਟੈਂਟ ਹੋਏ। ਸੋ ਜਿਹੜਾ ਚੱਲ ਹੈ ਯਾਨੀ ਵੇਰੀਏਬਲ ਹੈ ਉਹ ਇਕੁਅਲ ਟੂ ਦੇ ਕਿਸੇ ਇੱਕ ਪਾਸੇ ਜ਼ਰੂਰ ਹੋਣਾ ਚਾਹੀਦਾ ਹੈ, ਈਦਰ ਉਹ ਲੈਫਟ ਹੈਂਡ ਸਾਈਡ ਤੇ ਹੋ ਸਕਦਾ ਹੈ ਜਾਂ ਫਿਰ ਰਾਈਟ हैंड साइड ਤੇ ਹੋ ਸਕਦਾ ਹੈ। ਹਾਂਜੀ ਇਹ ਤਾਂ ਇੱਕ ਇਕੁਏਸ਼ਨ ਬਣੀ। ਇਸ ਤਰ੍ਹਾਂ ਦੀ ਹੋਰ ਇਕੁਏਸ਼ਨ ਆਪਾਂ ਲਿਖ ਸਕਦੇ ਹਾਂ y + 5 = 7, ਇਹ ਹੋਰ ਇਕੁਏਸ਼ਨ ਹੋ ਗਈ। ਨੈਕਸਟ ਹੋਰ ਇਕੁਏਸ਼ਨ ਲਿਖਣੀ ਚਾਹੋ ਤਾਂ 2 = z + 1। ਸੋ ਇਸ ਇਕੁਏਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਂ ਜਿਹੜਾ ਵੇਰੀਏਬਲ ਹੈ ਉਹ ਇਸ ਸਾਈਡ ਤੇ ਲੈ ਲਿਆ। ਸੋ ਵੇਰੀਏਬਲ ਕਿਸੇ ਵੀ ਸਾਈਡ ਤੇ ਪ੍ਰੈਜ਼ੈਂਟ ਹੋ ਸਕਦਾ, ਇਕੁਅਲ ਟੂ ਦਾ ਸਾਈਨ ਜ਼ਰੂਰ ਹੋਣਾ ਚਾਹੀਦਾ ਇਕੁਏਸ਼ਨ ਦੇ ਵਿੱਚ। ਸੋ ਇਸ ਤਰ੍ਹਾਂ ਬਣਦੀ ਹੈ ਆਪਣੇ ਕੋਲ ਇੱਕ ਸਮੀਕਰਨ। ਸਟੂਡੈਂਟਸ ਹੁਣ ਗੱਲ ਕਰਦੇ ਹਾਂ ਆਪਾਂ ਕਿਸੇ ਸਮੀਕਰਨ ਦੇ ਹੱਲ ਯਾਨੀ ਕਿ ਸੋਲੂਸ਼ਨ ਆਫ ਐਨ ਇਕੁਏਸ਼ਨ ਬਾਰੇ। ਉਸ ਦੇ ਲਈ ਆਪਾਂ ਕੋਈ ਇਕੁਏਸ਼ਨ ਕੰਸੀਡਰ ਕਰਦੇ ਹਾਂ, ਸੇ x + 2 = 7। मैं ਇਹ ਇੱਕ ਸਮੀਕਰਨ यानी कि इक्वेशन कंसीडर की है। हाँ जी ਹੁਣ ਇਹਦੇ ਵਿੱਚ ਜਿਹੜਾ ਚੱਲ ਹੈ यानी कि x वेरिएबल है जो ਉਸ ਦੀ ਜਗ੍ਹਾ ਤੇ मैं ਕੀ ਲਿਖਾਂ ਤਾਂ ਕਿ ਮੇਰੇ ਬਰਾਬਰ ਦੇ ਦੋਨੇ ਪਾਸੇ ਵਾਲੇ ਹਿੱਸੇ ਨੇ ਜਿਹੜੇ ਉਹ यानी ਦੋਨੋਂ ਸਾਈਡ ਤੇ ਜੋ ਐਕਸਪ੍ਰੈਸ਼ਨਸ ਨੇ ਉਹ ਇਕੁਅਲ ਹੋ ਜਾਣ ਆਪਸ ਦੇ ਵਿੱਚ, ਕਿਉਂਕਿ ਇਕੁਅਲ ਟੂ ਦਾ ਸਾਈਨ ਹੈ, ਬਰਾਬਰ ਹੋ ਜਾਣ। x ਦੇ ਕਿਹੜੇ ਮੁੱਲ ਦੇ ਲਈ, x ਦੀ ਕਿਹੜੀ ਵੈਲਿਊ ਦੇ ਲਈ, ਤਾਂ x ਦੀ ਉਹ ਵਾਲੀ ਵੈਲਿਊ ਇਸ ਸਮੀਕਰਨ यानी कि ਇਕੁਏਸ਼ਨ ਦਾ ਸੋਲੂਸ਼ਨ ਬਣ ਜਾਏਗੀ यानी कि ਹੱਲ ਹੋ ਜਾਏਗੀ। ਸੋ ਆਪਾਂ ਦੇਖ ਸਕਦੇ ਹਾਂ ਕਿ ਇੱਧਰ 7 ਹੈ ਇੱਧਰ 2 ਹੈ यानी कि मैं 5 ਹੋਰ x ਦੀ ਜਗ੍ਹਾ ਤੇ ਇੱਥੇ ਪਾ ਦਿਆਂ ਤਾਂ 5 ਤੇ 2 ਮਿਲ ਕੇ 7 ਬਣਾ ਦੇਣਗੇ। ਸੋ x = 5 ਜਿਹੜਾ ਹੋਏਗਾ ਕੀ ਦੇਗਾ ਆਪਾਂ ਨੂੰ, 5 + 2 = 7 ਤਾਂ 7 ਬਰਾਬਰ ਆ ਜਾਏਗਾ ਆਪਣੇ ਕੋਲ 7 ਦੇ। ਸੋ ਆ ਜਾਏਗਾ ਲੈਫਟ हैंड साइड = ਰਾਈਟ हैंड साइड। ਲੈਫਟ हैंड साइड यानी कि ਖੱਬਾ ਪਾਸਾ, ਰਾਈਟ हैंड साइड यानी आ ਸੱਜਾ ਪਾਸਾ। x ਦੇ ਮੁੱਲ 5 ਦੇ ਨਾਲ ਇਹ ਦੋਨੇ ਬਰਾਬਰ ਹੋ ਜਾਣਗੇ ਤਾਂ x ਦਾ ਐਸਾ ਮੁੱਲ यानी वेरिएबल ਦੀ ਐਸੀ ਵੈਲਿਊ ਜੋ ਕਿਸੇ ਸਮੀਕਰਨ ਜਾਂ ਇਕੁਏਸ਼ਨ ਦੀ ਲੈਫਟ हैंड साइड ਨੂੰ ਰਾਈਟ हैंड साइड ਦੇ ਇਕੁਅਲ ਕਰ ਦੇ, उस वैल्यू ਨੂੰ वेरिएबल ਦੀ ਨੂੰ ਆਪਾਂ ਬੋਲਦੇ ਆ ਉਸ ਸਮੀਕਰਨ ਦਾ ਹੱਲ यानी कि उस इक्वेशन ਦਾ ਸੋਲੂਸ਼ਨ। ਸੋ ਇੱਥੇ x = 5 ਸਮੀਕਰਨ ਦਾ ਹੱਲ ਹੋਵੇਗਾ यानी x = 5 is solution of given equation। इस तरह इक्वेशनस बारे ਆਪਾਂ ਹੋਰ ਜਾਣਾਂਗੇ ਜਿਉਂ-ਜਿਉਂ ਆਪਾਂ ਇਸ ਚੈਪਟਰ ਦੇ ਵਿੱਚ ਅੱਗੇ ਵਧਾਂਗੇ। ਫਿਲਹਾਲ ਦੇ ਲਈ ਆਪਾਂ ਇਹਨਾਂ ਕਨਸੈਪਟਸ ਨੂੰ ਯੂਜ਼ ਕਰਕੇ ਐਕਸਰਸਾਈਜ਼ 4.1 ਦੇ ਕੁਐਸਚਨਸ ਨੂੰ ਸੋਲਵ ਕਰਾਂਗੇ। ਹਾਂਜੀ ਹੁਣ ਆਉਂਦੇ ਆ ਐਕਸਰਸਾਈਜ਼ 4.1 ਦੇ ਕੁਐਸਚਨਸ ਤੇ ਪਹਿਲਾ ਹੀ ਕੁਐਸਚਨ ਹੈ ਕੰਪਲੀਟ ਕਰਨਾ। ਇਹਨੂੰ ਆਪਾਂ ਨੂੰ ਇਕੁਏਸ਼ਨਸ ਦਿੱਤੀਆਂ ਹੋਈਆਂ ਨੇ ਤੇ ਨਾਲ ਵੇਰੀਏਬਲ ਯਾਨੀ ਕਿ ਚੱਲਦੀਆਂ ਵੈਲਿਊਜ਼ ਦਿੱਤੀਆਂ ਹੋਈਆਂ ਨੇ। ਆਪਾਂ ਇਹ ਵੈਲਿਊਜ਼ ਇਹਨਾਂ ਇਕੁਏਸ਼ਨਸ ਦੇ ਵਿੱਚ ਭਰ ਕੇ ਦੇਖਣੀ ਹੈ कि की जी लैफ्ट हैंड साइड है इधर अपने को लैफ्ट हैंड साइड्स ने ते आ अपने को राइट हैंड साइड्स ने, ये दोनों इक्वल आ जांदियां ने। जेकर इक्वल आ गई तो आप कहांगे इक्वेशन सैटिस्फाई होगी, अदरवाइज नहीं। सो पहला तो एक्स की वैल्यू 5 है जी ये भरते हैं। लैफ्ट हैंड साइड लैंदे आप, लैफ्ट हैंड साइड है दे विच अपने कोल 5 + 5 आ एक्स की वैल्यू तो आह 5 हैगा ही सी। सोल्व करके आ गया अपने कोल 10 ਤੇ ਰਾਈਟ ਹੈਂਡ ਸਾਈਡ ਹੈ ਜਿਹੜੀ
ਉਹ ਹੈ ਆਪਣੇ ਕੋਲ 0। ਸੋ ਲੈਫਟ हैंड ਸਾਈਡ ਤੇ ਰਾਈਟ हैंड ਸਾਈਡ ਇਕੁਅਲ ਨਹੀਂ ਆਈਆਂ, ਸੋ ਲਿਖਾਂਗੇ LHS ਨੋਟ ਇਕੁਅਲ ਟੂ RHS। ਲੈਫਟ हैंड ਸਾਈਡ ਯਾਨੀ ਕਿ ਖੱਬਾ ਪਾਸਾ, ਰਾਈਟ हैंड ਸਾਈਡ ਯਾਨੀ ਕਿ ਸੱਜਾ ਪਾਸਾ। ਪੰਜਾਬੀ ਮੀਡੀਅਮ ਵਾਲੇ ਸਟੂਡੈਂਟਸ ਪੰਜਾਬੀ 'ਚ ਵੀ ਲਿਖ ਸਕਦੇ ਨੇ। ਹਾਂਜੀ, ਹੁਣ ਇਕੁਅਲ ਨਹੀਂ ਆਏ ਤਾਂ ਇਹਦਾ ਆਏਗਾ ਆਪਣੇ ਕੋਲ नो यानी कि नहीं। ਹਾਂਜੀ, ਅਗਲੇ ਤੇ ਆਉਂਦੇ ਆ। ਅਗਲੇ ਦੇ ਵਿੱਚ x ਦੀ ਵੈਲਿਊ -5 ਫਿਲ ਕਰਨੀ ਹੈ ਆਪਾਂ। ਲੈਫਟ हैंड ਸਾਈਡ ਲੈਂਦੇ ਆ LHS। ਹਾਂਜੀ, -5 + 5 ਸੋਲਵ ਕਰਕੇ ਦੇਖੋ ਮਾਈਨਸ ਦੇ 5 ਉਨੇ ਹੀ ਪਲੱਸ ਦੇ ਇੱਕ ਦੂਜੇ ਨੂੰ ਇਹ ਕੱਟ ਦੇਣਗੇ, ਸੋ ਆਪਣੇ ਕੋਲ 0 ਆ ਜਾਏਗਾ। ਤੇ ਰਾਈਟ हैंड ਸਾਈਡ ਹੈ ਜਿਹੜੀ ਉਹ ਪਹਿਲਾਂ ਹੀ 0 ਹੈ ਆਪਣੇ ਕੋਲ। ਸੋ ਇੱਥੋਂ ਕੀ ਆ ਗਿਆ LHS ਇਕੁਅਲ ਟੂ RHS। ਸੋ ਇਹ ਇਕੁਅਲ ਆ ਗਈਆਂ, ਸੋ ਇਹਦਾ ਆ ਜਾਏਗਾ ਆਪਣੇ ਕੋਲ ਯੈਸ ਯਾਨੀ ਕਿ ਹਾਂ। ਥਰਡ ਤੇ ਆਉਂਦੇ ਆ, x ਨੂੰ 3 ਭਰਦੇ ਆ ਲੈਫਟ हैंड ਸਾਈਡ ਯਾਨੀ ਕਿ ਖੱਬਾ ਪਾਸਾ। ਹਾਂਜੀ, ਇੱਥੇ 3 ਮਾਈਨਸ ਆ 3 ਹੈਗਾ ਹੀ ਹੈ ਆਪਣੇ ਕੋਲ। ਹਾਂਜੀ, ਇਹਨੂੰ ਸੋਲਵ ਕਰਕੇ ਆਇਆ ਆਪਣੇ ਕੋਲ 0। ਤੇ ਰਾਈਟ हैंड ਸਾਈਡ ਹੈ ਜਿਹੜੀ ਉਹ ਹੈ ਆਪਣੇ ਕੋਲ 1। ਸੋ ਇਕੁਅਲ ਨਹੀਂ ਆਈਆਂ ਕਿਉਂਕਿ ਇੱਧਰੋਂ 0 ਆਇਆ, ਇੱਧਰ ਹੈ 1 ਆਪਣੇ ਕੋਲ। ਸੋ ਲੈਫਟ हैंड ਸਾਈਡ ਨੋਟ ਇਕੁਅਲ ਟੂ ਰਾਈਟ हैंड ਸਾਈਡ। ਸੋ ਇਹਦਾ ਆ ਜਾਏਗਾ ਆਪਣੇ ਕੋਲ नो यानी कि नहीं। ਹਾਂਜੀ, ਆਉਂਦੇ ਆ ਚੌਥੇ ਪਾਰਟ ਤੇ। x ਦੀ ਵੈਲਿਊ -3 ਫਿਲ ਕਰਦੇ ਆ, ਲੈਫਟ हैंड ਸਾਈਡ ਲੈਂਦੇ ਆ। ਹਾਂਜੀ, x ਦੀ ਜਗ੍ਹਾ ਤੇ -3 ਆ ਵੀ -3 ਮਾਈਨਸ ਦੇ 3 ਸੋਲਵ ਕਰਕੇ -6 ਤੇ ਦੂਜੇ ਪਾਸੇ ਰਾਈਟ हैंड ਸਾਈਡ ਹੈ ਆਪਣੇ ਕੋਲ 1। ਸੋ ਇੱਥੇ RHS ਇਜ਼ ਇਕੁਅਲ ਟੂ 1। ਸੋ ਲੈਫਟ हैंड ਸਾਈਡ ਤੇ ਰਾਈਟ हैंड ਸਾਈਡ ਇਕੁਅਲ ਨਹੀਂ ਆਏ, LHS ਨੋਟ ਇਕੁਅਲ ਟੂ RHS। ਸੋ ਇਹਦਾ ਆਏਗਾ नो यानी कि नहीं। ਅਗਲੇ ਤੇ ਆਉਂਦੇ ਆ, x ਦੀ ਵੈਲਿਊ 5 ਫਿਲ ਕਰਦੇ ਆ, ਲੈਫਟ हैंड ਸਾਈਡ ਨੂੰ ਸੋਲਵ ਕਰਦੇ ਆ ਖੱਬੇ ਪਾਸੇ ਨੂੰ। 2x यानी कि 2 इंटू x की वैल्यू 5 जो कि आ गया 10 ਤੇ ਦੂਜੇ ਪਾਸੇ ਵੀ ਹੈ 10 ਤੇ RHS ਵੀ ਹੈ 10। ਸੋ ਇੱਥੋਂ ਆ ਗਿਆ ਆਪਣੇ ਕੋਲ LHS ਇਜ਼ ਇਕੁਅਲ ਟੂ RHS। ਸੋ ਇਹਦਾ ਆ ਜਾਏਗਾ ਆਪਣੇ ਕੋਲ ਯੈਸ ਯਾਨੀ ਕਿ ਹਾਂ। ਅੱਗੇ x ਦੀ ਵੈਲਿਊ -6 ਭਰਨੀ ਹੈ, ਇਹਦੇ ਵਿੱਚ ਆਪਾਂ ਲੈਫਟ हैंड ਸਾਈਡ ਨੂੰ ਸੋਲਵ ਕਰਦੇ ਹਾਂ। -6/3 ਕਟਿੰਗ ਕਰਕੇ ਆਏਗਾ -2। ਹਾਂਜੀ, ਤੇ ਦੂਜੇ ਪਾਸੇ ਰਾਈਟ हैंड ਸਾਈਡ ਹੈ 2 ਆਪਣੇ ਕੋਲ। ਸੋ ਇਹ ਇਕੁਅਲ ਨਹੀਂ ਆਏ, ਲੈਫਟ हैंड ਸਾਈਡ ਨੋਟ ਇਕੁਅਲ ਟੂ ਰਾਈਟ हैंड ਸਾਈਡ। ਸੋ ਇਹਦਾ ਆਏਗਾ नो यानी कि नहीं। ਆਖਰੀ ਪਾਰਟ ਤੇ ਆਉਂਦੇ ਆ, x ਦੀ ਵੈਲਿਊ 0 ਭਰਦੇ ਆ ਲੈਫਟ हैंड ਸਾਈਡ ਦੇ ਵਿੱਚ 0/3 ਜੋ ਕਿ ਆ ਗਿਆ ਆਪਣੇ ਕੋਲ 0 ਤੇ ਰਾਈਟ हैंड ਸਾਈਡ ਹੈ 2। ਹਾਂਜੀ, ਤਾਂ ਇਹ ਇਕੁਅਲ ਨਹੀਂ ਆਏ, ਲੈਫਟ हैंड ਸਾਈਡ ਨੋਟ ਇਕੁਅਲ ਟੂ ਰਾਈਟ हैंड ਸਾਈਡ। ਸੋ ਇਹਦਾ ਆ ਜਾਏਗਾ नो यानी कि नहीं। ਸੋ ਇਹਦੇ ਨਾਲ ਆਪਣਾ ਫਸਟ ਕੁਐਸਚਨ ਹੋਇਆ ਕੰਪਲੀਟ। ਹਾਂਜੀ, ਆਉਂਦੇ ਆ ਦੂਜੇ ਕੁਐਸਚਨ ਤੇ। ਚੈੱਕ ਵੈਦਰ ਦਾ ਵੈਲਿਊ ਗਿਵਨ ਇਨ ਦਾ ਬ੍ਰੈਕਟਸ ਇਜ਼ ਅ ਸੋਲਿਊਸ਼ਨ ਟੂ ਦਾ ਗਿਵਨ ਇਕੁਏਸ਼ਨ ਔਰ ਨੋਟ। ਚੈੱਕ ਕਰਨਾ ਕਿ ਬ੍ਰੈਕਟ ਦੇ ਵਿੱਚ ਜਿਹੜੀ ਵੇਰੀਏਬਲ ਦੀ ਵੈਲਿਊ ਦਿੱਤੀ ਹੋਈ ਹੈ, ਚੱਲ ਦੀ ਵੈਲਿਊ, ਉਹ ਇਕੁਏਸ਼ਨ ਦਾ ਸੋਲਿਊਸ਼ਨ ਯਾਨੀ ਕਿ ਹੱਲ ਹੈ ਜਾਂ ਨਹੀਂ। ਜੇਕਰ ਵੇਰੀਏਬਲ ਦੀ ਆਹ ਵੈਲਿਊ ਭਰੇ ਤੇ ਦੋਨੋਂ ਸਾਈਡਸ ਇਕੁਅਲ ਆ ਗਈਆਂ ਤਾਂ ਇਹ ਸੋਲਿਊਸ਼ਨ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਹਾਂਜੀ, ਪਹਿਲਾਂ ਤਾਂ ਆਪਾਂ ਲੈਫਟ हैंड ਸਾਈਡ ਲੈਂਦੇ ਆ ਇਹਦੇ ਵਿੱਚ x + 4। ਇਹਦੇ ਵਿੱਚ x ਨੂੰ 7 ਭਰਨਾ ਹੈ, ਪੁੱਟ x ਇਜ਼ ਇਕੁਅਲ ਟੂ 7। ਹਾਂਜੀ, ਲੈਫਟ हैंड ਸਾਈਡ ਯਾਨੀ ਖੱਬਾ ਪਾਸਾ। ਸੋ ਇਹ ਆ ਜਾਏਗਾ 7 + 4 ਜੋ ਕਿ ਆ ਗਿਆ 11 ਤੇ ਦੂਜੇ ਪਾਸੇ ਵੀ ਹੈ ਆਪਣੇ ਕੋਲ 11 ਜੋ ਕਿ ਰਾਈਟ हैंड ਸਾਈਡ ਹੈ। ਸੋ ਇਹ ਆ ਗਈ ਆਪਣੇ ਕੋਲ ਇਕੁਅਲ ਟੂ ਰਾਈਟ हैंड ਸਾਈਡ। ਦੋਨੋਂ ਲੈਫਟ हैंड ਸਾਈਡ ਤੇ ਰਾਈਟ हैंड ਸਾਈਡ ਇਕੁਅਲ ਹੋ ਗਈਆਂ। ਸੋ ਇਹਦਾ ਆ ਜਾਏਗਾ ਆਪਣੇ ਕੋਲ ਯੈਸ ਯਾਨੀ ਕਿ ਹਾਂ ਸੋਲਿਊਸ਼ਨ ਹੈ। ਦੂਜੇ ਤੇ ਆਉਂਦੇ ਆ, x ਦੀ ਵੈਲਿਊ 4 ਭਰਦੇ ਆ ਲੈਫਟ हैंड ਸਾਈਡ ਦੇ ਵਿੱਚ, ਲੈਫਟ हैंड ਸਾਈਡ ਯਾਨੀ ਕਿ ਖੱਬਾ ਪਾਸਾ। 8x + 4 ਪੁੱਟ x ਇਜ਼ ਇਕੁਅਲ ਟੂ 4 ਯਾਨੀ ਕਿ x ਬਰਾਬਰ 4 ਭਰਨ ਤੇ ਓਕੇ 8 इंटू 4 + 4 ਜੋ ਕਿ ਆ ਗਿਆ 32 + 4 ਜੋ ਕਿ ਆ ਗਿਆ 36 ਜਿਹੜਾ ਕਿ ਇਕੁਅਲ ਨਹੀਂ ਹੈ ਕਿਸ ਦੇ 28 ਦੇ, ਯਾਨੀ ਕਿ ਲੈਫਟ हैंड ਸਾਈਡ ਹੈ ਜਿਹੜੀ ਉਹ ਰਾਈਟ हैंड ਸਾਈਡ ਦੇ ਇਕੁਅਲ ਨਹੀਂ ਆਈ।
सो ਇਹਦਾ आ जाएगा अपने को 9 यानी कि नहीं। हाँ जी आने थर्ड पार्ट ते एम ਨੂੰ 1 फिल करना है लैफ्ट हैंड साइड ਦੇ ਵਿੱਚ लैफ्ट हैंड साइड लैके 3m माइनस 3 पुट m इज इक्वल टू 1 यानी कि m बराबर 1 भरन ते 3 इंटू 1 माइनस 3 माइनस 3 0। हाँ जी दूजे पासे भी है 0 इक्वल टू आ गया राइट हैंड साइड दे सो ਇਹਦਾ आ जाएगा यस यानी कि हाँ। आने फोर्थ पार्ट ते हुण लैफ्ट हैंड साइड लैने आपां LHS ओके x ओवर 5 माइनस 4 पुट x इज इक्वल्स टू 15 x बराबर 15 भरन ते सो 15 ओवर 5 माइनस 4 कटिंग 3 ते 3 माइनस 4 जो कि आ जाएगा माइनस का 1। हाँ जी दूजे पासे भी है -1 सो लैफ्ट हैंड साइड है जी वो इक्वल आ गई अपने को राइट हैंड साइड दे सो ਇਹਦਾ आ जाएगा यस यानी कि हाँ। हाँ जी आने हुण आपां फिफ्थ यानी कि लास्ट पार्ट ते लैफ्ट हैंड साइड लैने ਇਹਦੀ आपां 4x माइनस 3 x बराबर 0 भरन ते यानी पुट x इज इक्वल टू 0 सो 4 इंटू 0 माइनस 3 0 माइनस 3 यानी कि -3 आ जाएगा तो दूसरी साइड पे है 13 विच इज़ नॉट इक्वल टू 13 यानी कि लैफ्ट हैंड साइड नॉट इक्वल टू राइट हैंड साइड सो ਇਹਦਾ आ जाएगा 9 यानी कि नहीं सो ਇਹਦਾ हल नहीं है। हाँ जी अगे आने हुण आपां थर्ड क्वेश्चन ते सोल्व द फॉलोइंग इक्वेशनस बाय ट्रायल एंड एरर मैथड। ट्रायल एंड एरर मैथड इनू बोलते हैं पंजाबी दे विच भुल सुधार विधि। भुल सुधार विधि हाँ जी ਉਹਦੇ थ्रू इन्हां नू सॉल्व करना है। आपां की करांगे आपां जिहड़ा वेरीएबल है एक्स ਉਹਦੀਆਂ वैल्यूज़ भरनियां शुरू करांगे। ਉਹਦੀਆਂ वैल्यूज़ भरदे भरदे किसी वैल्यू ਦੇ ਲਈ ਜਾ ਕੇ ਲੈਫਟ हैंड साइड ਤੇ ਰਾਈਟ हैंड साइड इक्वल हो ਜਾਣਗੀਆਂ ਤਾਂ ਉਹ ਇਸ ਦਾ ਸੋਲੂਸ਼ਨ ਬਣ ਜਾਏਗਾ। हाँ जी ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ x ਦੀ ਵੈਲਿਊ 1 ਤੋਂ ਸੋ पुट x इज इक्वल्स टू 1 यानी x बराबर 1 भरन ते अपने को आ जाएगा 5 इंटू 1 प्लस 2 तो ये बन गया अपने को 5 प्लस 2 जो कि आ गया 7 विच इज़ नॉट इक्वल टू 17 सो यह हल नहीं है तो फिर इनू आप 1 कह सकते हैं। हुण आप दूजा केस लवांगे पुट x इज इक्वल्स टू 2 यानी कि x बराबर 2 भरन ते 5 इंटू 2 प्लस 2 जो कि हो जाएगा 10 प्लस 2 जो कि हो गया 12 विच इज़ नॉट इक्वल टू 17 सो ये भी अपना सोल्यूशन नहीं आया तो यदा जोड़ा थर्ड पार्ट है वो मैं इधर कर लेना। हुण अगे आप x की वैल्यू 3 भर के देखते हैं पुट x इज इक्वल्स टू 3 यानी x बराबर 3 भरन ते 5 इंटू 3 प्लस 2 15 प्लस 2 यानी कि आ गया अपने को 17 तो दूजे पासे भी है 17 बराबर आ गया 17 दे सो इत्थों अपने को जिहड़ा है हल है वो मिल जाएगा x इज इक्वल्स टू 3 सो x इज इक्वल्स टू 3 इज solution of given equation। ਤੇ ਪੰਜਾਬੀ ਮੀਡੀਅਮ ਵਾਲੇ ਸਟੂਡੈਂਟ ਲਿਖਣਗੇ ਇਸ ਲਈ x ਬਰਾਬਰ 3 ਦਿੱਤੀ ਸਮੀਕਰਨ ਦਾ ਹੱਲ ਹੈ। ਸੋ ਆਪਾਂ ਇਹਦੇ ਵਿੱਚ ਇੱਕ ਜਦੋਂ ਭਰਿਆ ਉਦੋਂ ਹੱਲ ਨਹੀਂ ਮਿਲਿਆ ਇਟ ਮੀਨਸ ਇਹ ਆਪਣੀ ਭੁੱਲ ਸੀ। ਫਿਰ ਆਪਾਂ x ਨੂੰ 2 ਭਰਿਆ ਆਪਣੀ ਭੁੱਲ ਨੂੰ ਠੀਕ ਕਰਨ ਦੇ ਲਈ ਆਪਣੀ ਗਲਤੀ ਨੂੰ ਸੁਧਾਰਨ ਦੇ ਲਈ ਫਿਰ 2 ਭਰਿਆ ਤਾਂ ਵੀ ਬਰਾਬਰ ਨਹੀਂ ਆਇਆ ਫਿਰ ਆਪਾਂ ਆਪਣੀ ਗਲਤੀ ਨੂੰ ਠੀਕ ਕੀਤਾ x ਨੂੰ 3 ਭਰ ਕੇ ਤੇ ਉਸ ਕੇਸ ਦੇ ਵਿੱਚ ਆਪਾਂ ਨੂੰ ਸੋਲੂਸ਼ਨ ਮਿਲ ਗਿਆ। हाँ जी आने हुण इस दे सैकेंड पार्ट ते इहदे विच आपां p दीयां वैल्यूज़ भरनियां ने ते आपां देखना है कि सोल्यूशन कित्थे जाके मिलेगा। सो इधर तो शुरू कर लैंदे आ पुट p इज इक्वल्स टू 1 एक तो भरना शुरू करते हैं सो आ जाएगा 3 इंटू 1 माइनस 14 3 माइनस 14 जो कि आ जाएगा अपने कोल
-11 जो कि बराबर नहीं है किस दे दूजी साइड ते जिहड़ा 4 है। सो ये लिए तो आंसर नहीं मिलिया। फिर सैकेंड ते आने पुट p इज इक्वल्स टू 2 p की वैल्यू 2 लेने 3 इंटू 2 -14 6 -14 तो इतों आ जाएगा अपने को माइनस का 8 जो कि बराबर नहीं है 4 के। तो ये भी अपनी भुल है। अगला ट्राई करते हैं आप पुट p इक्वल टू 3 अपने को आ जाएगा 3 इंटू 3 -14 9 -14 जो कि आ जाएगा -5 जो कि इक्वल नहीं है किस दे 4 दे। सो ये भी अपनी भुल है, ये भी हल नहीं है। सो फोर्थ वैल्यू मैं इत्थे भर लेना पुट p इज इक्वल्स टू 4 यानी कि p बराबर 4 भरन ते। सो अपने को आ जाएगा 3 आ 3 तो आई हो जाना है नाल p की वैल्यू बस चेंज हो जानी है इंटू 4 -14 12 -14 जो कि आ गया माइनस दे 2 जो कि बराबर नहीं है 4 दे। सो ये भी अपनी वैल्यू ठीक नहीं है। अगली वैल्यू लेने 5 पुट p इज इक्वल्स टू 5 p बराबर 5 भरन ते। सो 3 इंटू 5 -14 15 -14 हाँ जी। तो इतों मिले अपन 1 जो कि बराबर नहीं है 4 दे थोड़ा जिहा होर वधाना पएगा। सो 6 ते अपन नूं लगदा है आंसर मिल जाएगा पुट p इज इक्वल्स टू 6 सो 3 इंटू 6 -14 18 -14 जो कि आ गया 4 जो कि बराबर है अपने को दूजी साइड ते जो राइट हैंड साइड ते 4 है ਉਹਦੇ। सो इतों आ गया अपने को p बराबर 6 समीकरण का हल है। p बराबर 6 समीकरण का हल है। तो पंजाब इंग्लिश मीडियम वाले स्टूडेंट्स लिखणगे p इज इक्वल्स टू 6 इज सोल्यूशन ऑफ गिवन इक्वेशन इस तरह। हाँ जी आने फोर्थ क्वेश्चन तो राइट इक्वेशनस फॉर द फॉलोइंग स्टेटमेंट। इन्हों के लिए आप इक्वेशनस ने जड़ियाँ समीकरण ने वो बनानिया ने। पहले में देखते हैं सम ऑफ नंबर्स x एंड 4 इज 9। सो यदा आंसर मैं इतने लिखदा x तो 4 का सम यानी कि जोड़ बराबर 9। सो ये आ जाएगा अपने को पहले का आंसर। फिर दूजे ते आने 3 सबट्रैक्टेड फ्रॉम y कहता y ਦੇ ਵਿੱਚੋਂ 3 ਘਟਾਉਣ ਤੇ gives 9 9 ਪ੍ਰਾਪਤ ਹੁੰਦਾ ਹੈ। ਸੋ ਬਰਾबर 9 ਇਹ ਆ ਜਾਏਗਾ ਇਸ ਦਾ ਆਨਸਰ। थर्ड ਤੇ ਆਨੇ 10 टाइम्स x इज 50 x ਦਾ 10 ਗੁਣਾ। हाँ जी x ਦਾ 10 ਗੁਣਾ 10 x ਹੁੰਦਾ ਤੇ ਉਹ ਕਿਹਦੇ ਬਰਾਬਰ ਹੈ 50 ਦੇ। ਸੋ ਇਕੁਅਲ ਟੂ 50 ਇਹ ਆ ਜਾਏਗਾ थर्ड ਦਾ ਆਨਸਰ ਆਪਣੇ ਕੋਲ। फोर्थ ते आने 9 टाइम्स x का 9 गुणा x का 9 गुणा हो गया 9x प्लस 6 यानी कि वो 6 जोड़िए तो मिलता है 87 इक्वल टू 87 ये इसका आंसर हो जाएगा। आखिरी है जोड़ा 1/5 ऑफ अ नंबर y का 1/5 यानी कि 5वां हिस्सा तो y बटे 5 -6 ये 6 घटाइए तो गिव्स 3 मिलता है 3 तो यह बन जाएगा इसका आंसर अपने को। हाँ जी आने फिफ्थ क्वेश्चन पे राइट द फॉलोइंग इक्वेशंस इन स्टेटमेंट फॉर्म। हेठ लिखिया की स्टेटमेंट लिखनी है जो पिछले सीगा उसका उल्ट काम करना है। हुण आपां इक्वेशन दी हुई है x -2 इक्वल टू 6। हाँ जी इंग्लिश मीडियम वाले स्टूडेंट्स लिखणगे 2 सबट्रैक्टेड फ्रॉम x gives 6 या 2 subtracted from x is 6। सो ਇਹਦਾ मैं इत्थे लिख लेना 2 subtracted from x is 6। ਤੇ ਪੰਜਾਬੀ ਮੀਡੀਅਮ ਵਾਲੇ ਸਟੂਡੈਂਟਸ ਲਿਖਣਗੇ ਇਸ ਦੀ ਜਗ੍ਹਾ ਤੇ x ਵਿੱਚੋਂ 2 ਘਟਾਉਣ ਤੇ 6 ਪ੍ਰਾਪਤ ਹੁੰਦਾ ਹੈ। x ਵਿੱਚੋਂ 2 ਘਟਾਉਣ ਤੇ 6 ਪ੍ਰਾਪਤ ਹੁੰਦਾ है। हाँ जी आने दूजे ते y का 3 गुणा है वो 2 घटाया गया तो 10 मिले। सो इत्थे लिख सकते हैं संख्या y दे 3 गुणा
ਵਿੱਚੋਂ 2 ਘਟਾਉਣ ਤੇ 10 ਪ੍ਰਾਪਤ ਹੁੰਦਾ है। इंग्लिश मीडियम वाले स्टूडेंट्स लिखणगे 2 subtracted from 2 subtracted from 3 times the number y, 3 times a number y is 10। हाँ जी, ये होया अपना दूजा पार्ट। आने थर्ड पार्ट ते x over 6 is equals to 6। हाँ जी, ये की होया x over 6 का मतलब x का 6वां हिस्सा। सो इनू पंजाबी मीडियम वाले स्टूडेंट्स लिखणगे संख्या x का 6वां हिस्सा 6 है। तो इंग्लिश मीडियम वाले स्टूडेंट्स लिखणगे 1/6 of a number x is 6। 1/6 of a number x is 6। हाँ जी, इस तरह। उस तो बाद आने आपां फोर्थ ते, फोर्थ का लिखते हैं इत्थे 7x - 15 is equals to 34। पंजाबी मीडियम वाले स्टूडेंट्स लिखणगे संख्या x ਦਾ 7 गुणा किया होया है, संख्या x ਦੇ 7 गुणा ਵਿੱਚੋਂ 15 ਘਟਾਉਣ ਤੇ 34 ਪ੍ਰਾਪਤ ਹੁੰਦਾ है। तो इंग्लिश मीडियम वाले स्टूडेंट्स लिखणगे 15 subtracted from 7 times a number x is 34। हाँ जी, इस तरह। अगे फिफ्थ का लिख लें इत्थे आपां x बटे 2 प्लस 2 बराबर 8। पंजाबी मीडियम वाले स्टूडेंट लिखणगे x बटे 2 का मतलब x का अद्धा, तो ਉਹਦੇ ਵਿੱਚ 2 जोड़िया गया तो 8 मिलते हैं। इत्थे लिखांगे संख्या x ਦੇ ਅੱਧੇ ਵਿੱਚ 2 जोड़न ते 8 प्राप्त ਹੁੰਦਾ है। तो इंग्लिश मीडियम वाले स्टूडेंट्स ਇਹਦੀ जगह लिख सकते हैं 2 added to 1/2 of x gives 8। 2 एडड यानी 2 जोड़ा गया टू 1/2 यानी अद्धा किसका x का, तो सानू 8 दिंदा है। सो इस तरह ये क्वेश्चन होंदा अपने कोल कंप्लीट। हाँ जी, अगे आने सिक्स्थ क्वेश्चन ते राइट एन इक्वेशन फॉर द फॉलोइंग स्टेटमेंट। इन्हां दे लई आपां इक्वेशन यानी कि समीकरण लिखनी है। स्टेटमेंट है राजूज फादर्स एज इज 4 years मोर दैन 5 times राजूज एज। राजू दे एज का 5 गुणा करके ਉਹਦੇ 'ਚ 4 जोड़िए तो किस दी एज मिलती है, फादर की एज। तो फादर की एज दी हुई है 54 years। तो इतों आप इक्वेशन बनानी है। तो राजू की एज है जी वो मान लाँगे लेट राजूज एज, यानी कि मान लो राजू की उम्र बराबर x साल या x ईयर्स। तो फादर्स एज तो पिता की उम्र कितनी मिलूगी, फिर आपां नूं उन्होंने कहा कि राजू की उम्र का 5 गुणा। सो एक्स का 5 गुणा 5 times 5x, तो वो 4 होर जोड़िए तो आती है फादर की एज। तो यह आपां नूं कितनी दिती हुई है 54। सो इक्वेशन है जिहड़ी यानी कि समीकरण है जिहड़ी वो बन जाएगी अपने कोल आह 5x + 4 है जिहड़ा कि इसके इक्वल आ जाएगा
फादर की एज जो कि 54 है ਉਹਦੇ बराबर। सो ये आ जाएगा अपने को इसका आंसर। आने दूजे पार्ट ते A teacher tells that highest marks obtained by a student in his class is twice the lowest marks plus 6. Twice the lowest marks plus 6 ਤੇ ਹਾਈਐਸਟ ਸਕੋਰ ਹੈ 86 ਤੇ ਉਹਨਾਂ ਨੇ ਕਹਿਤਾ ਲੋਐਸਟ ਸਕੋਰ x ਲੈ ਲਓ। ਹਾਂਜੀ ਲੋਐਸਟ ਸਕੋਰ ਘੱਟ ਤੋਂ ਘੱਟ ਅੰਕ ਬਰਾਬਰ x, ਘੱਟ ਤੋਂ ਘੱਟ ਅੰਕ ਨੇ ਜਿਹੜੇ ਉਹ x ਨੇ ਤੇ ਫਿਰ ਹਾਈਐਸਟ ਸਕੋਰ ਹੈ ਜਿਹੜਾ ਯਾਨੀ ਕਿ ਵੱਧ ਤੋਂ ਵੱਧ ਅੰਕ ਹਾਂਜੀ ਉਹ ਕਿਵੇਂ ਮਿਲਣਗੇ ਲੋਐਸਟ ਦੇ ਟਵਾਈਸ 2 ਗੁਣਾ ਲੈ ਲੈਣਾ ਉਹਦਾ ਆਪਾਂ ਹਾਂਜੀ x ਦਾ 2 ਗੁਣਾ 2x ਉਹਦੇ ਵਿੱਚ ਪਲੱਸ 6 ਆ ਮਿਲ ਗਏ ਆਪਾਂ ਨੂੰ ਹਾਈਐਸਟ ਤੇ ਹਾਈਐਸਟ ਉਹਨਾਂ ਨੇ ਕਿਹਾ ਹੋਇਆ ਕਿ ਕਿੰਨੇ ਨੇ 86 ਤਾਂ ਇਕੁਏਸ਼ਨ ਆ ਜਾਏਗੀ ਹੁਣ ਆਪਣੇ ਕੋਲ। ਤੁਸੀਂ ਇਸ ਤੋਂ ਬਾਅਦ ਲਿਖਣਾ ਮੈਂ ਇੱਧਰ ਸਾਈਡ ਤੇ ਲਿਖ ਰਿਹਾ। ਸੋ ਇਕੁਏਸ਼ਨ यानी कि इसलिए समीकरण है जिहड़ी वो बन जाएगी अपने कोल 2x + 6 तो इसकी वैल्यू है अपने कोल 86 तो ये आ जाएगा इसका आंसर। हाँ जी आने आप थर्ड पार्ट ते इन एन आइसोसेलेस ट्रायंगल हुंदी है बई सम दो भुजी त्रिभुज जिहदियां दो साइड्स हुंदियां ने इक्वल। ਇਹਦੇ ਵਿੱਚ ਜੇਕਰ ਆ ਤੇ ਆ ਦੋਨੇ ਸਾਈਡਸ ਇਕੁਅਲ ਨੇ ਤਾਂ ਇਹ ਹੋਏਗੀ ਸਮ ਦੋ ਭੁਜੀ ਤ੍ਰਿਭੁਜ ਯਾਨੀ ਕਿ ਆਈਸੋਸੇਲਿਸ ਟ੍ਰਾਇੰਗਲ। ਦਾ ਵਰਟੈਕਸ ਐਂਗਲ ਯਾਨੀ ਕਿ ਸਿਖਰ ਕੋਣ ਇਹਦੀ ਗੱਲ ਹੋ ਰਹੀ ਹੈ ਇਜ਼ ਟਵਾਈਸ ਦਾ ਈਦਰ ਬੇਸ ਐਂਗਲਸ। ਆ ਜਿਹੜੇ ਬੇਸ ਐਂਗਲਸ ਨੇ ਦੋਨੋਂ ਹੀ ਇਹ ਬਰਾਬਰ ਹੁੰਦੇ ਆ ਤੇ ਇਹ ਦੋਨੋਂ ਆਪਾਂ ਐਕਸ ਲੈ ਲਾਂਗੇ ਤੇ ਉਹਨਾਂ ਤੋਂ ਦੁੱਗਣਾ ਆ ਉੱਪਰ ਵਾਲਾ ਕੋਣ ਆ ਜਿਹੜਾ ਵਰਟੈਕਸ ਐਂਗਲ ਆ। ਤੇ ਉਸ ਤੋਂ ਬਾਅਦ ਉਹਨੇ ਕਿਹਾ ਆ ਰਿਮੈਂਬਰ ਦੈਟ ਦਾ ਸਮ। ਹਾਂਜੀ ਇੱਥੋਂ ਇਕੁਏਸ਼ਨ ਬਣਾਉਣੀ ਹੈ ਆਪਾਂ। ਪਹਿਲਾਂ ਤਾਂ ਬੇਸ ਐਂਗਲ x ਆਧਾਰ ਕੋਣ ਇਹਨੂੰ ਬੋਲਦੇ ਆ ਆਪਾਂ ਉਹ x ਆ ਗਿਆ ਤੇ ਵਰਟੈਕਸ ਐਂਗਲ ਯਾਨੀ ਕਿ ਸਿਖਰ ਕੋਣ ਉਹ ਉਹਨਾਂ ਨੇ ਕਹਿ ਰੱਖਿਆ ਕਿ ਬੇਸ ਐਂਗਲ ਦਾ ਡਬਲ ਹੈ ਤਾਂ 2x ਹੋ ਗਿਆ। ਹੁਣ ਨਾਓ ਆਪਾਂ ਨੂੰ ਪਤਾ ਹੈ ਟ੍ਰਾਇੰਗਲ ਦੇ ਤਿੰਨੋਂ ਐਂਗਲ ਦਾ ਸਮ ਹੁੰਦਾ ਹੈ ਆਪਣੇ ਕੋਲ 180 ਡਿਗਰੀ ਤਾਂ ਆਪਣੇ ਕੋਲ ਦੋ ਬੇਸ ਐਂਗਲ ਨੇ ਜਿਹੜੇ x ਤੇ x ਉਹ ਆ ਗਏ ਪਲੱਸ ਜਿਹੜਾ ਵਰਟੈਕਸ ਐਂਗਲ ਹੈ ਤੀਜਾ ਉਹ 2x ਹੈ ਇਕੁਅਲ ਟੂ 180 ਡਿਗਰੀ। ਇਹਨੂੰ ਲਿਖਦੇ ਹੁੰਦੇ ਆਪਾਂ ਐਂਗਲ ਸਮ ਪ੍ਰੋਪਰਟੀ ਤੇ ਇਹ ਹੋ ਗਿਆ ਆਪਣੇ ਕੋਲ x ਤੇ x 2x ਤੇ 2x 4x ਇਕੁਅਲ ਟੂ 180 ਡਿਗਰੀ। ਪੰਜਾਬੀ ਮੀਡੀਅਮ ਵਾਲੇ ਸਟੂਡੈਂਟਸ ਇਹਦੀ ਜਗ੍ਹਾ ਲਿਖ ਸਕਦੇ ਨੇ ਤ੍ਰਿਭੁਜ ਦੇ ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਸੋ ਆ ਬਣ ਗਈ ਆਪਣੇ ਕੋਲ ਇਕੁਏਸ਼ਨ ਇਹ ਹੋ ਗਿਆ ਆਪਣਾ ਆਨਸਰ। ਹਾਂਜੀ ਆਉਂਦੇ ਹਾਂ ਹੁਣ 6 ਦੇ ਲਾਸਟ ਪਾਰਟ ਤੇ ਅ ਸ਼ੌਪਕੀਪਰ ਇੱਕ ਦੁਕਾਨਦਾਰ ਹੈ ਸੈਲਜ਼ ਮੈਂਗੋਜ਼ ਅੰਬ ਵੇਚਦਾ ਹੈ ਦੋ ਤਰ੍ਹਾਂ ਦੇ ਡੱਬਿਆਂ ਦੇ ਵਿੱਚ 1 ਸਮੋਲ ਐਂਡ 1 ਲਾਰਜ ਇੱਕ ਛੋਟਾ ਇੱਕ ਵੱਡਾ। ਦਾ ਲਾਰਜ ਬਾਕਸ ਕੰਟੇਨਸ ਐਜ਼ ਮੈਨੀ ਐਜ਼ 8 ਸਮੋਲ ਬਾਕਸਿਸ ਪਲੱਸ 4 ਲੂਜ਼ ਮੈਂਗੋਜ਼। ਹਾਂਜੀ ਵੱਡੇ ਡੱਬੇ ਦੇ ਵਿੱਚ ਛੋਟੇ ਡੱਬੇ ਦੇ 8 ਗੁਣਾ ਪਲੱਸ 4 ਖੁੱਲੇ ਅੰਬ ਇੰਨੇ ਅੰਬ ਆਉਂਦੇ ਨੇ ਵੱਡੇ ਡੱਬੇ ਦੇ ਵਿੱਚ। ਦਾ ਨੰਬਰ ਆਫ ਮੈਂਗੋਜ਼ ਇਨ ਲਾਰਜ ਬਾਕਸ ਇਜ਼ ਗਿਵਨ ਟੂ ਬੀ 100 ਤੇ ਇਹ ਆਪਾਂ ਨੂੰ ਕਹਿ ਦਿੱਤਾ ਕਿ ਵੱਡੇ ਡੱਬੇ 'ਚ 100 ਅੰਬ ਨੇ। ਸੋ ਪਹਿਲਾਂ ਆਪਾਂ ਛੋਟੇ ਡੱਬੇ ਦੇ ਅੰਬ ਹੈ ਜਿਹੜੇ ਉਹ ਮੰਨ ਲਾਂਗੇ ਲੈਟ ਨੰਬਰ ਆਫ ਮੈਂਗੋਜ਼ ਇਨ ਸਮੋਲ ਬਾਕਸ। ਮੰਨ ਲਓ ਛੋਟੇ ਡੱਬੇ ਵਿੱਚ ਅੰਬਾਂ ਦੀ ਗਿਣਤੀ ਬਰਾਬਰ x ਤਾਂ ਹੁਣ ਵੱਡੇ ਡੱਬੇ 'ਚ ਕਿੰਨੇ ਆਉਣਗੇ ਸੋ ਨੰਬਰ ਆਫ ਮੈਂਗੋਜ਼ ਇਨ ਲਾਰਜ ਬਾਕਸ। ਹਾਂਜੀ ਉਹ ਕਿੰਨੇ ਬਣਨਗੇ ਛੋਟੇ ਦਾ 8 ਗੁਣਾ ਆ ਛੋਟਾ ਉਹਦਾ 8 ਗੁਣਾ ਸੋ 8x ਹੋ ਗਿਆ ਤੇ 4 ਖੁੱਲੇ ਨੇ 4 ਹੋਰ ਨੇ ਯਾਨੀ ਕਿ ਆ ਗਏ
ਤੇ ਇਹ ਆਪਾਂ ਨੂੰ ਕਿੰਨੇ ਦਿੱਤੇ ਹੋਏ ਨੇ 100 ਦੇ ਇਕੁਅਲ। ਸੋ ਇਕੁਏਸ਼ਨ ਹੈ ਜਿਹੜੀ ਉਹ ਆ ਜਾਏਗੀ ਆਪਣੇ ਕੋਲ 8x + 4 = 100। ਇਹ ਆਏਗਾ ਇਸ ਦਾ ਆਨਸਰ। ਪੰਜਾਬੀ ਮੀਡੀਅਮ ਵਾਲੇ ਸਟੂਡੈਂਟ ਦੂਜੀ ਲਾਈਨ ਦੀ ਜਗ੍ਹਾ ਤੇ ਲਿਖਣਗੇ ਇਸ ਲਈ ਵੱਡੇ ਡੱਬੇ ਵਿੱਚ ਅੰਬਾਂ ਦੀ ਸੰਖਿਆ ਬਰਾਬਰ ਆਹ, ਤੇ ਇੱਥੇ ਲਿਖ ਦੇਣਗੇ ਉਹ ਸਮੀਕਰਨ। ਆ ਬਣ ਜਾਏਗੀ ਸਮੀਕਰਨ ਆਪਣੇ ਕੋਲ। ਸੋ ਸਟੂਡੈਂਟਸ ਇਸ ਦੇ ਨਾਲ ਹੀ 4th ਚੈਪਟਰ ਦੀ ਫਸਟ ਐਕਸਰਸਾਈਜ਼ ਦਾ ਸੋਲੂਸ਼ਨ ਹੁੰਦਾ ਹੈ ਕੰਪਲੀਟ। ਮੈਨੂੰ ਉਮੀਦ ਹੈ ਜੋ ਅੱਜ ਆਪਾਂ ਡਿਸਕਸ਼ਨ ਕੀਤੀ ਤੇ ਕੁਐਸਚਨਸ ਸੋਲਵ ਕੀਤੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਫਿਰ ਵੀ ਕੋਈ ਪ੍ਰੋਬਲਮ ਹੋਏ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਾਂ WhatsApp ਦੇ ਥਰੂ ਪੁੱਛ ਸਕਦੇ ਹੋ। ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਕਰਨਾ ਤੇ ਆਪਣੇ ਹੋਰ ਫਰੈਂਡਸ ਤੇ ਸਟੂਡੈਂਟਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ, ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕਸ।